Hello everyone, in this video we will continue with chapter number 2 of class 9 science ਜਿੱਦਾਂ ਕਿ ਆਪਾਂ ਕੰਪਲੀਟ ਆਊਟ ਕਰ ਚੁੱਕੇ ਸੀ ਅਬਾਊਟ ਦੀ ਕ੍ਰੋਮੈਟੋਗ੍ਰਾਫੀ। ਹੁਣ ਆਪਾਂ ਸਟਾਰਟ ਕਰਾਂਗੇ ਡਿਸਟਿਲੇਸ਼ਨ ਪ੍ਰੋਸੈਸ ਦੇ ਨਾਲ 2.3.6 ਹਾਊ ਵੀ ਕੈਨ ਸੈਪਰੇਟ ਅ ਮਿਕਸਚਰ ਆਫ ਅ ਟੂ ਮਿਸਿਬਲ ਲਿਕੁਇਡਸ। ਠੀਕ ਹੈ, ਪਹਿਲਾਂ ਆਪਾਂ ਪੜ੍ਹ ਕੇ ਆਏ ਸੀ ਟੂ ਇਮਿਸਿਬਲ ਸੋਲਿਊਸ਼ਨਸ ਜਿਹੜੇ ਆਪਸ ਦੇ ਵਿੱਚ ਘੁਲਦੇ ਨਹੀਂ ਪਏ ਸੀ, ਬਟ ਹੁਣ ਜਿਹੜੇ ਆਪਾਂ ਸੈਪਰੇਟ ਕਰਨਾ ਜਿਹੜੇ ਦੋ ਸੋਲਿਊਸ਼ਨਸ ਆਪਣੇ ਦੋ ਲਿਕੁਇਡ ਸੀ ਜਿਹੜੇ ਆਪਸ ਦੇ ਵਿੱਚ ਘੁਲ ਚੁੱਕੇ ਆ, ਠੀਕ ਹੈ, ਉਹਨਾਂ ਨੂੰ ਆਪਾਂ ਕਿੱਦਾਂ ਸੈਪਰੇਟ ਕਰਾਂਗੇ। ਲੈਟ ਅਸ ਟਰਾਈ ਟੂ ਸੈਪਰੇਟ ਐਸੀਟੋਨ ਐਂਡ ਵਾਟਰ ਫਰੋਮ देयर ਮਿਕਸਚਰ। ਪਹਿਲੀ ਚੀਜ਼ ਇਹਦੇ ਵਿੱਚ ਦੋ ਚੀਜ਼ਾਂ ਧਿਆਨ ਨਾਲ ਦੇਖਿਓ, ਇਹਨਾਂ ਨੇ ਕਿਸ ਬਿਹਾਫ ਤੇ ਉਹਨਾਂ ਨੂੰ ਸੈਪਰੇਟ ਕਰਨੇ ਆ, ਉਹਨਾਂ ਨੇ ਬੋਇਲਿੰਗ ਪੁਆਇੰਟਸ ਦੇ ਬਿਹਾਫ ਤੇ ਉਹਨਾਂ ਨੂੰ ਸੈਪਰੇਟ ਕਰਨੇ ਆ। ਆਪਾਂ ਨੂੰ ਪਤਾ ਕਿ ਜਿਹੜਾ ਪਾਣੀ ਹੁੰਦਾ ਹੈ 100 ਡਿਗਰੀ ਸੈਲਸੀਅਸ ਦੇ ਉੱਪਰ ਜਾ ਕੇ ਬੋਇਲ ਹੋਣਾ ਸਟਾਰਟ ਹੋ ਜਾਂਦਾ, ਇਵੈਪੋਰੇਸ਼ਨ ਦੀ ਪ੍ਰੋਸੈਸ ਦੇ ਵਿੱਚ ਚਲਾ ਜਾਂਦਾ, ਬਟ ਜਿਹੜਾ ਐਸੀਟੋਨ ਹੁੰਦਾ ਆਪਣੇ ਕੋਲ ਉਹ 56 ਡਿਗਰੀ ਸੈਲਸੀਅਸ ਦੇ ਉੱਪਰ ਜਾ ਕੇ ਆਪਣੇ ਕੋਲ ਬੋਇਲਿੰਗ ਪੁਆਇੰਟ ਦੇ ਵਿੱਚ ਮਤਲਬ ਉਹ ਇਵੈਪੋਰੇਟ ਹੋਣਾ ਸਟਾਰਟ ਹੋ ਜਾਂਦਾ ਆ। ਟੇਕ ਦਾ ਮਿਕਸਚਰ ਇਨ ਅ ਡਿਸਟਿਲੇਸ਼ਨ ਫਲਾਸਕ ਫਿਟ ਇਟ ਵਿਦ ਦਾ ਥਰਮਾਮੀਟਰ। ਆ ਦੇਖੋ ਤੁਹਾਡੇ ਕੋਲ ਸਾਹਮਣੇ ਇਦਾਂ ਦਾ ਕੁਝ ਆਪਰੇਟਸ ਬਣਾਉਣਾ ਆਪਾਂ ਡਿਸਟਿਲੇਸ਼ਨ ਫਲਾਸਕ ਲਈ। ਰਾਈਟ ਹੈਂਡ ਸਾਈਡ ਦੇ ਵਿੱਚ ਉਹਦੇ ਕੋਲ ਕਲੈਂਪ ਲਗਾ ਦਿੱਤਾ, ਠੀਕ ਹੈ। ਬਾਅਦ ਵਿੱਚ ਇੱਥੋਂ ਆਊਟਲੈਟ ਬਣਨਾ, ਵਾਟਰ ਆਊਟਲੈਟ ਇੱਥੋਂ ਹੀ ਸਾਰਾ ਆਪਣਾ ਬਣਨਾ ਹੈ, ਠੀਕ ਹੈ। ਬਾਅਦ ਵਿੱਚ ਜਿਹੜਾ ਡਿਸਟਿਲੇਸ਼ਨ ਫਲਾਸਕ ਸੀ ਉਹਦੇ ਵਿੱਚ ਆਪਾਂ ਮਿਕਸਚਰ ਆਫ ਐਸੀਟੋਨ ਐਂਡ ਵਾਟਰ ਨੂੰ ਮਿਕਸ ਕਰ ਦੇਣਾ ਤੇ ਨਾਲ ਉਹਦੇ ਕਲੈਂਪ ਲਗਾ ਦੇਣਾ, ਸਿੰਪਲ ਸਟੈਂਡ ਲਗਾ ਦੇਣਾ ਜਿਹਨੂੰ ਕਹੀਦਾ, ਤੇ ਥਰਮਾਮੀਟਰ ਆਪਾਂ ਉੱਪਰ ਲਗਾ ਲੈਣਾ ਫॉर ਰੀਡਿੰਗ ਦੀ ਟੈਂਪਰੇਚਰ ਕੀ ਟੈਂਪਰੇਚਰ ਕਿੰਨਾ ਚਲੇ ਜਾ ਚੁੱਕਾ ਹੈ। ਦਾ ਐਸੀਟੋਨ वेपराइज कंडेंसेस इन दी कंडेंसर एंड कैन बी कलैक्टेड फ्रॉम दी कंडेंसर आउटलैट। ठीक है, जो कंडेंसर आप राइट हैंड साइड के लगाया होया कंडेंसर आउटलैट, ठीक है, जो अपना मैं जिदा कि तुहानूं कहा सी जिदा ही आप बर्नर ऑन करना थल्ले अग नूं चलाउणा आ, अपना जो पानी है 100 डिग्री सैल्सीयस से जाके बॉयल होना, पर जो एसीटोन सी उन्हें 56 डिग्री सैल्सीयस से जाके ही अपने तो बॉयल होना स्टार्ट हो जाना। जो एसीटोन अपना बॉयल होना स्टार्ट हो गया तो उन्हें की करना कंडेंसर आउटलेट के जाके इकट्ठा होकर इधर बीकर के कलैक्ट हो जाना राइट हैंड साइड के थले जो एसीटोन कलैक्ट होंदा पिया, जो वाटर है वो कला अपने को उत्थे ही रह जाना। जो 100 डिग्री सैल्सीयस तक नहीं अपन बॉयल करना, जो 100 डिग्री हो गया नहीं तो पानी भी बॉयल होना तो बॉयल होकर वो मिक्स होना स्टार्ट हो जाना। ठीक है, आप 100 डिग्री तो थले थले ही रखना है। ਆਪਾਂ ਇਹਦੀ ਬੇਸਿਕ ਆਈਡੀਆ ਸਮਝ ਲਿਆ ਹੈ ਕਿ ਕਿੱਦਾਂ ਕਿੱਦਾਂ ਉਹ ਚੱਲਦਾ ਪਿਆ। ਦਿਸ ਮੈਥਡ ਇਜ਼ ਕਾਲਡ ਦੀ ਡਿਸਟਿਲੇਸ਼ਨ। ਜਿਹੜਾ ਆਪਾਂ ਉੱਪਰ ਮੈਥਡ ਦੇਖ ਕੇ ਆਏ ਉਹ ਆਪਣੇ ਕੋਲ ਡਿਸਟਿਲੇਸ਼ਨ ਦਾ ਮੈਥਡ ਹੁੰਦਾ। ਇਟ ਇਜ਼ ਯੂਜ਼ਡ ਫॉर द ਸੈਪਰੇਸ਼ਨ ਆਫ ਕੰਪੋਨੈਂਟਸ ਆਫ ਅ ਮਿਕਸਚਰ ਕੰਟੇਨਿੰਗ ਟੂ ਮਿਸਿਬਲ ਲਿਕੁਇਡਸ ਦੈਟ ਬੋਇਲ ਵਿਦਆਊਟ ਡੀਕੰਪੋਜੀਸ਼ਨ ਐਂਡ ਹੈਵ ਸਫੀਸ਼ੀਐਂਟ ਡਿਫਰੈਂਸ ਇਨ देयर ਬੋਇਲਿੰਗ ਪੁਆਇੰਟ। ਤੇ ਇਹ ਆਪਾਂ ਉੱਥੇ ਯੂਜ਼ ਕਰੀਦਾ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਦੋ ਮਿਸਿਬਲ ਸੋਲੂਸ਼ਨ ਹੈ ਜਿਹੜੇ ਆਪਸ ਦੇ ਵਿੱਚ ਦੋ ਲਿਕੁਇਡਸ ਘੁਲ ਚੁੱਕੇ ਆ, ਪਲੱਸ ਜਿਨ੍ਹਾਂ ਦਾ ਬੋਇਲਿੰਗ ਡਿਫਰੈਂਸ ਥੋੜਾ ਜਿਹਾ ਜ਼ਿਆਦਾ ਹੈ। ਠੀਕ ਹੈ, ਹੁਣ ਵਟ ਇਫ ਅਗਰ ਜਿੱਦਾਂ ਆਪਣੇ ਕੋਲ बॉयलिंग डिफरेंस बहुत ज़्यादा घट है, ठीक है, अगर अपने को बॉयलिंग डिफरेंस है जोड़ा जिदा हूँ अपने को डिफरेंस नियरली अबाउट 44 डिग्री सैल्सीयस का सी, अपने को पानी 100 डिग्री सैल्सीयस से जाके बॉयल होना सी, जोड़ा अपने को एसीटोन सी 56 डिग्री से जाके बॉयल होना सी, उन्होंने 44 डिग्री सैल्सीयस का अपने को डिफरेंस सी। ओके, बट हूँ आप स्टार्ट करते एक होर मैथड है जोड़ा, ठीक है, जो आप हूँ पढ़ के आए दैट वाज द डिस्टिलेशन प्रोसैस। जो एक होर मैथड आप फ्रैक्शनल डिस्टिलेशन बारे पढ़ांगे। वट इज़ अ फ्रैक्शन डिस्टिलेशन टू सैपरेट अ मिक्सचर ऑफ टू वन मोर मिसिबल लिक्विड्स फॉर विच द डिफरेंस इन बॉइलिंग पॉइंट इज लेस दैन 25 कैलविन। ਇਹਦੇ ਵਿੱਚ ਕੀ ਨੋਟ ਕਰਨ ਵਾਲੀ ਗੱਲ ਹੈ ਕਿ ਇਹਦੇ ਵਿੱਚ ਜਿਹੜਾ ਡਿਫਰੈਂਸ ਹੈ ਨਾ ਬੋਇਲਿੰਗ ਪੁਆਇੰਟ ਦਾ, ਉੱਥੇ ਆਪਣੇ ਕੋਲ 44 ਡਿਗਰੀ ਸੈਲਸੀਅਸ ਦਾ ਡਿਫਰੈਂਸ ਸੀ ਦੋਨਾਂ ਦੇ ਵਿੱਚ, ਬਟ ਇਹਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਬਹੁਤ ਜ਼ਿਆਦਾ ਘੱਟ ਹੈ। ਠੀਕ ਹੈ, ਆਪਣੇ ਕੋਲ ਜਿਹੜਾ ਬੋਇਲਿੰਗ ਪੁਆਇੰਟ ਦਾ ਡਿਫਰੈਂਸ ਹੈ ਉਹ ਕਾਫੀ ਜ਼ਿਆਦਾ ਕੋਲ ਹੈ ਕਿ ਅਗਰ ਆਪਾਂ ਇੱਕ ਦੇ ਬੋਇਲਿੰਗ ਤੇ ਪੁਆਇੰਟ ਤੇ ਪਹੁੰਚਾਂਗੇ ਤੇ ਦੂਸਰੇ ਤੱਕ ਵੀ ਪਹੁੰਚ ਕੇ ਉਹਨੇ ਵੀ ਨਾਲ ਹੀ ਇਵੈਪੋਰੇਟ ਹੋ ਜਾਣਾ। ਪਰ ਉੱਥੇ ਫਿਰ ਆਪਾਂ ਨਵਾਂ ਇੱਕ ਮੈਥਡ ਸੀ ਦੈਟ ਇਜ਼ ਦੀ ਫ੍ਰੈਕਸ਼ਨਲ ਡਿਸਟਿਲੇਸ਼ਨ ਪ੍ਰੋਸੈਸ। ਇਹਦੇ ਵਿੱਚ ਇੱਕ ਵਰਡ ਆ ਗਿਆ ਦੈਟ ਇਜ਼ ਫ੍ਰੈਕਸ਼ਨਲ। ਉਹਦੇ ਵਿੱਚ ਕੀ ਹੁੰਦਾ ਆ, ਸਿੰਪਲੀ ਫॉर ਐਗਜ਼ਾਮਪਲ ਫॉर द ਸੈਪਰੇਸ਼ਨ ਆਫ द ਡਿਫਰੈਂਟ ਗੈਸਿਸ ਫਰੋਮ ਦੀ ਏਅਰ। ਇਹ ਉੱਥੇ ਯੂਜ਼ ਹੁੰਦਾ ਜਿੱਥੇ ਆਪਣੇ ਕੋਲ ਹਵਾ ਦੇ ਵਿੱਚੋਂ ਆਪਾਂ ਡਿਫਰੈਂਟ ਗੈਸਿਸ ਨੂੰ ਬਾਹਰ ਕੱਢਣਾ ਹੁੰਦਾ, ਜਿੱਦਾਂ ਕਾਰਬਨ ਡਾਈਆਕਸਾਈਡ ਨੂੰ ਵੱਖਰੀ ਕਰਨਾ ਹੋਵੇ, ਆਕਸੀਜਨ ਨੂੰ ਵੱਖਰੀ, ਆਰਗਨ ਨੂੰ ਵੱਖਰੀ, ਨਿਓਨ ਨੂੰ ਵੱਖਰੀ, ਜਿਹੜੀ ਵੀ ਗੈਸਿਸ ਹਵਾ ਦੇ ਵਿੱਚ ਪ੍ਰੈਜ਼ੈਂਟ ਉਹਨੂੰ ਵੱਖਰੀ ਕਰਨਾ ਹੁੰਦਾ। डिफरेंट फ्रैक्शंस ऑफ फ्रॉम पेट्रोलियम प्रोडक्ट्स, ठीक है, अलग अलग पेट्रोलियम प्रोडक्ट्स के विचों करने होता। ऑपरेटर्स इज सिमिलर टू that of an simple distillation except for a fractionating column is fitted in between the distillation flask and the condenser। condenser ਤੇ ਆਪਣੇ ਕੋਲ distillation flask ਦੇ ਵਿੱਚ ਆਪਾਂ fractionating column ਐਡ ਕਰ ਦਿੱਤੀ ਆ। ਦੇਖੋ ਧਿਆਨ ਨਾਲ ਆ ਜਿਹੜਾ ਲੰਬਾ ਜਿਹਾ ਆਪਾਂ ਇੱਕ fractionating column ਐਡ ਕਰ ਦਿੱਤੀ। a simple fractionating column is a tube packed with the glass beads। the beads provide a surface for the vapors to cool and condense repeatedly। ठीक है, ਇਹਦੇ ਨਾਲ ਕੀ ਹੁੰਦਾ ਜਿਹੜੇ ਵੇਪਰਸ ਹੈ ਉਹ ਜਲਦੀ ਜਲਦੀ ਠੰਡੇ ਹੋ ਜਾਂਦੇ ਤੇ ਇਹਦੇ ਨਾਲ ਉਹ ਚੀਜ਼ ਦੁਬਾਰਾ ਮਤਲਬ ਬੋਇਲਿੰਗ ਪੁਆਇੰਟ ਦੇ ਵਿੱਚ ਜਾ ਕੇ ਦੁਬਾਰਾ ਠੰਡੀ ਹੋਈ ਜਾਂਦੀ ਪਈ ਹੈ ਤੇ ਜਿਹੜਾ ਐਕਚੁਅਲ ਦੇ ਵਿੱਚ ਜਾਣਾ ਉਹ ਬਾਹਰ ਜਾਈ ਜਾਂਦਾ ਪਿਆ। ਠੀਕ ਹੈ,
ਹੋਪ ਸੋ ਤੁਹਾਨੂੰ ਥੋੜਾ ਜਿਹਾ ਕਲੀਅਰ ਆਊਟ ਹੋ ਚੁੱਕਾ ਹੋਗਾ ਵਾਟ ਇਜ਼ ਦ ਡਿਫਰੈਂਸ ਬਿਟਵੀਨ ਫ੍ਰੈਕਸ਼ਨਲ ਡਿਸਟੀਲੇਸ਼ਨ ਐਂਡ ਡਿਸਟੀਲੇਸ਼ਨ ਪ੍ਰੋਸੈਸ। ਇਹਦੇ ਵਿੱਚ ਇਹੀ ਮੇਨਲੀ ਪੁੱਛ ਸਕਦੇ ਕਿ ਆਪਣਾ ਫ੍ਰੈਕਸ਼ਨਲ ਡਿਸਟੀਲੇਸ਼ਨ ਪ੍ਰੋਸੈਸ ਕਿੱਥੇ ਯੂਜ਼ ਕਰੀਦਾ ਤੇ ਡਿਸਟੀਲੇਸ਼ਨ ਪ੍ਰੋਸੈਸ ਆਪਾਂ ਕਿੱਥੇ ਯੂਜ਼ ਕਰੀਦਾ। ਹੁਣ ਚੱਲਦੇ ਆਪਾਂ ਨੈਕਸਟ ਟੌਪਿਕ ਦੇ, ਹਾਊ ਕੈਨ ਵੀ obtain ਡਿਫਰੈਂਟ ਗੈਸਿਸ ਫਰੋਮ ਦੀ ਏਅਰ। ਹੁਣੇ ਆਪਾਂ ਗੱਲ ਕਰਕੇ ਹਟੇ ਸੀ ਕਿ ਆਪਾਂ ਗੈਸਿਸ ਆਪਾਂ ਏਅਰ ਦੇ ਵਿੱਚੋਂ ਡਿਫਰੈਂਟ ਗੈਸਿਸ ਨੂੰ ਐਕਸਟਰੈਕਟ ਆਊਟ ਕਰਨਾ ਚਾਹੁੰਦੇ, ਆਕਸੀਜਨ ਨੂੰ ਡਿਫਰੈਂਟ ਕਰਨਾ ਚਾਹੁੰਦੇ। ਜਿੱਦਾਂ ਆਪਾਂ ਅਗਰ ਬਾਹਰ ਸਪੇਸ ਦੇ ਵਿੱਚ ਜਾਣਾ, ਉੱਥੇ ਕਹਿੰਦੇ ਨੇ ਹੁੰਦੇ ਆਕਸੀਜਨ ਮਾਸਕ ਲਗਾ ਲਓ ਜਾਂ ਆਕਸੀਜਨ ਗੈਸ ਲੈ ਲਓ, ਠੀਕ ਹੈ। ਐਕਚੁਅਲੀ ਦੇ ਵਿੱਚ ਉਹ ਆਕਸੀਜਨ ਗੈਸ, ਠੀਕ ਹੈ, ਉਹ ਯੂਜ਼ ਕਰਦੇ ਪਏ, ਉਹ ਕਿੱਦਾਂ ਆਪਰੇਟ ਕਰੀਦੀ ਆ, ਕਿੱਦਾਂ ਆਪਾਂ ਉਹਨੂੰ ਪ੍ਰੋਡਿਊਸ ਕੀਤਾ ਹੋਇਆ ਉਹ ਦੇਖਾਂਗੇ। ਏਅਰ ਇਜ਼ ਐਨ homogeneous mixture and can be separated into components by fractional distillation. The following diagram show the step of the process. ਪਹਿਲਾਂ ਕੀ ਕਰਨਾ, compress and cool by increasing the pressure and decreasing the temperature, ਠੀਕ ਹੈ। ਪਹਿਲਾਂ ਉਹਨੂੰ ਕੰਪਰੈਸ ਕਰ ਦੇਣਾ ਤੇ ਠੰਡੀ ਕਰ ਦੇਣਾ ਗੈਸ ਨੂੰ, ਠੀਕ ਹੈ। ਕੰਪਰੈਸ ਕਾਫੀ ਜ਼ਿਆਦਾ ਠੰਡੀ ਤੇ ਉਹਦਾ ਪ੍ਰੈਸ਼ਰ ਇਨਕਰੀਜ਼ ਹੋ ਜਾਣਾ, ਹਵਾ ਦਾ ਲਿਕੁਇਡ ਏਅਰ ਬਣ ਜਾਣੀ ਆਪਣੇ ਕੋਲ, ਕਿਉਂਕਿ ਉਹਦਾ ਪ੍ਰੈਸ਼ਰ ਵੀ ਇਨਕਰੀਜ਼ ਕਰਤਾ ਸੀ ਆਪਾਂ ਨੂੰ। ਪਿੱਛੇ ਆਪਾਂ ਪੜ੍ਹ ਕੇ ਆਏ ਸੀ ਜਦੋਂ ਆਪਾਂ ਪ੍ਰੈਸ਼ਰ ਇਨਕਰੀਜ਼ ਕਰਦੇ ਕੰਪਰੈਸ ਕਰ ਦਈਦੀ ਹੈ ਤੇ ਆਪਣੇ ਕੋਲ ਜਿਹੜੀ ਚੀਜ਼ ਹੁੰਦੀ ਉਹ ਲਿਕੁਇਡ ਫਾਰਮ ਦੇ ਵਿੱਚ ਆ ਜਾਂਦੀ ਹੈ ਜਾਂ ਸੋਲਿਡ ਦੇ ਵਿੱਚ ਵੀ ਜਾ ਸਕਦੀ ਹੈ ਅਗਰ ਜ਼ਿਆਦਾ ਕੰਪਰੈਸ ਕਰ ਦਈਏ ਤੇ, ਠੀਕ ਹੈ। ਤੇ ਉਹਦਾ ਟੈਂਪਰੇਚਰ ਵੀ ਆਪਾਂ ਘਟਾਉਣਾ ਸਟਾਰਟ ਕਰਤਾ ਤੇ ਟੈਂਪਰੇਚਰ ਘਟਾਉਣ ਦੇ ਨਾਲ ਵੀ ਉਹ ਲਿਕੁਇਡ ਸਟੇਟ ਦੇ ਵਿੱਚ ਆਊਗੀ ਆਫ ਕੋਰਸ, ਠੀਕ ਹੈ। ਅਲਾਓ ਟੂ ਵਾਰਮ ਅਪ ਸਲੋਲੀ ਇਨ ਫ੍ਰੈਕਸ਼ਨੇਸ਼ਨ ਡਿਸਟੀਲੇਸ਼ਨ ਕਾਲਮ, ਠੀਕ ਹੈ। ਬਾਅਦ ਵਿੱਚ ਉਹਨੂੰ ਕੀ ਕਰਨਾ, ਇਹ ਲਿਕੁਇਡ ਜਿਹੜੀ ਹਵਾ ਨੂੰ ਆਪਾਂ ਲਿਕੁਇਡ ਦੇ ਵਿੱਚ ਕਨਵਰਟ ਕਰਤਾ, ਜਿਹੜੀ ਨਾਰਮਲ ਹਵਾ ਉਹਨੂੰ ਆਪਾਂ ਲਿਕੁਇਡ ਏਅਰ ਦੇ ਵਿੱਚ ਕਨਵਰਟ ਕਰਤਾ। ਬਾਅਦ ਵਿੱਚ ਜਿਹੜਾ ਫ੍ਰੈਕਸ਼ਨਲ ਡਿਸਟੀਲੇਸ਼ਨ ਪ੍ਰੋਸੈਸ ਹੈ ਉਹਨੂੰ ਆਪਾਂ ਸਟਾਰਟ ਕਰ ਦੇਣਾ ਉੱਧਰੋਂ, ਠੀਕ ਹੈ। ਫ੍ਰੈਕਸ਼ਨਲ ਡਿਸਟੀਲੇਸ਼ਨ ਦੇ ਵਿੱਚ ਕੀ ਹੈ ਕਿ ਉਹਨਾਂ ਦੇ ਬੋਇਲਿੰਗ ਪੁਆਇੰਟ ਦੇ ਬਿਹਾਫ ਤੇ ਉਹਨੂੰ ਆਪਾਂ ਡਿਫਰੈਂਟ ਕਰਨਾ ਸਟਾਰਟ ਕਰ ਦੇਣਾ। ਜਿੱਦਾਂ ਨਾਈਟ੍ਰੋਜਨ ਨੇ ਪਹਿਲਾਂ ਸਭ ਤੋਂ ਜ਼ਿਆਦਾ ਹੋ ਜਾਣਾ ਆ ਆਪਣੇ ਕੋਲ, ਬਾਹਰ ਆ ਜਾਣਾ। ਆਰਗਨ ਨੇ ਉਸ ਤੋਂ ਬਾਅਦ ਉਹਨਾਂ ਤੇ ਆਕਸੀਜਨ ਨੇ ਸਭ ਤੋਂ ਲਾਸਟ ਦੇ ਵਿੱਚ ਜਿਹੜੀ ਬਚਣੀ ਹੈ ਉਹ ਆਕਸੀਜਨ ਹੀ ਬਚਣੀ ਹੈ ਆਪਣੇ ਕੋਲ, ਠੀਕ ਹੈ। ਗੈਸਿਸ ਕੈਨ ਬੀ ਸੈਪਰੇਟਡ ਐਟ ਡਿਫਰੈਂਟ ਹਾਈਟਸ, ਤੇ ਉਹ ਉੱਤੇ ਉਹਨਾਂ ਦੇ ਬੋਇਲਿੰਗ ਪੁਆਇੰਟ ਦੇ ਬਿਹਾਫ ਤੇ ਹੀ ਉਹ ਡਿਫਰੈਂਟ ਹੋ ਜਾਣੀਆਂ ਆਪਣੇ ਆਪ। ਦੇਖਿਓ ਕਿੱਦਾਂ, ਇਫ ਵੀ ਵਾਂਟ ਆਕਸੀਜਨ ਗੈਸ ਫਰੋਮ ਦੀ ਏਅਰ, ਅਗਰ ਆਪਾਂ ਆਕਸੀਜਨ ਗੈਸ ਕੱਢਣਾ ਚਾਹੁੰਦੇ ਹਾਂ ਹਵਾ ਦੇ ਵਿੱਚੋਂ, ਵੀ ਹੈਵ ਟੂ ਸੈਪਰੇਟ ਆਊਟ ਆਲ ਦੀ ਅਦਰ ਗੈਸਿਸ ਪ੍ਰੈਜ਼ੈਂਟ ਇਨ ਦੀ ਏਅਰ, ਠੀਕ ਹੈ। ਜਿੰਨੀਆਂ ਵੀ ਗੈਸਿਸ ਹੋਰ ਪ੍ਰੈਜ਼ੈਂਟ ਹਨ ਉਹਨੂੰ ਸਾਰਿਆਂ ਨੂੰ ਵੱਖਰੀ ਕਰਨੀ ਪਊਗੀ। ਦਾ ਏਅਰ ਇਜ਼ ਕੰਪਰੈਸਡ ਬਾਈ ਇਨਕਰੀਜ਼ਿੰਗ ਦਾ ਪ੍ਰੈਸ਼ਰ, ਜਿਹੜੀ ਏਅਰ ਹੁੰਦੀ ਹੈ ਉਹਨੂੰ ਕੰਪਰੈਸ ਕਰ ਲਈਦਾ ਆ, ਪ੍ਰੈਸ਼ਰ ਇਨਕਰੀਜ਼ ਕਰਕੇ। ਕੰਪਰੈਸ ਮਤਲਬ ਜ਼ੋਰ ਦੀ ਜ਼ਿਆਦਾ ਇਕੱਠਾ ਕਰ ਲੈਣਾ ਇਸ ਚੀਜ਼ ਨੂੰ, ਠੀਕ ਹੈ, ਕਾਫੀ ਜ਼ਿਆਦਾ ਇਕੱਠਾ ਕਰ ਲੈਣੀ ਹਵਾ ਨੂੰ। ਐਂਡ ਇਜ਼ ਦੈਨ ਕੂਲਡ ਬਾਈ ਡਿਕਰੀਜ਼ਿੰਗ ਦੀ ਟੈਂਪਰੇਚਰ, ਬਾਅਦ ਵਿੱਚ ਉਹਨੂੰ ਠੰਡੀ ਕਰ ਦਿੱਤਾ ਜਾਂਦਾ ਹੈ ਟੈਂਪਰੇਚਰ ਡਿਕਰੀਜ਼ ਕਰਕੇ, ਟੂ ਗੈਟ ਲਿਕੁਇਡ ਏਅਰ, ਤੇ ਉੱਥੋਂ ਕੀ ਬਣ ਜਾਂਦੀ ਆਪਣੇ ਕੋਲ ਲਿਕੁਇਡ ਏਅਰ ਬਣ ਜਾਂਦੀ ਹੈ। ਦਿਸ ਲਿਕੁਇਡ ਏਅਰ ਇਜ਼ ਅਲਾਉਡ ਟੂ ਵਾਰਮ ਅਪ ਸਲੋਲੀ ਇਨ ਅ ਫ੍ਰੈਕਸ਼ਨਲ ਡਿਸਟੀਲੇਸ਼ਨ ਕਾਲਮ, ਤੇ ਬਾਅਦ ਵਿੱਚ ਇਹਨੂੰ ਸਲੋ ਕਰਕੇ ਇਹਨੂੰ ਗਰਮ ਕੀਤਾ ਜਾਂਦਾ, ਹੌਲੀ ਕਰਕੇ ਗਰਮ ਕੀਤਾ ਜਾਂਦਾ। ਤੇ ਜਿੱਦਾਂ ਬੋਇਲਿੰਗ ਪੁਆਇੰਟ ਨਾਈਟ੍ਰੋਜਨ ਦਾ ਬੋਇਲਿੰਗ ਪੁਆਇੰਟ ਆ ਗਿਆ, ਉਹਨੇ ਇਵੈਪੋਰੇਟ ਹੋ ਕੇ ਡਿਸਟੀਲੇਸ਼ਨ ਆਪਣੇ ਮਤਲਬ ਸਿੰਪਲ ਬੀਕਰ ਦੇ ਵਿੱਚ ਚਲਾ ਜਾਣਾ, ਠੀਕ ਹੈ। ਤੇ ਇਦਾਂ ਹੀ ਜਦੋਂ ਆਰਗਨ ਦਾ ਆਪਣੇ ਕੋਲ ਟੈਂਪਰੇਚਰ ਬੋਇਲਿੰਗ ਪੁਆਇੰਟ ਆ ਗਿਆ ਤੇ ਉਹਨੇ ਆਪਣੇ ਕਾਲਮ ਦੇ ਕੋਲ ਵਿੱਚ ਚਲਾ ਜਾਣਾ, ਤੇ ਇਦਾਂ ਹੀ ਲਾਸਟ ਦੇ ਵਿੱਚ ਜਿਹੜੀ ਗੈਸ ਬਣ ਜਾਣੀ ਉਹ ਆਪਣੇ ਕੋਲ ਆਕਸੀਜਨ ਰਹਿ ਜਾਣੀ, ਜਿਹੜੀ ਮੈਂ ਹੁਣੇ ਗੱਲ ਕਰਦਾ ਪਿਆ ਸੀ। ਦਿਸ liquid air is allowed to warm up slowly in a fractional distillation column where gases get separated at different heights depending upon their boiling point, ਜਿੱਦਾਂ ਉਹਨਾਂ ਦੇ boiling point ਰੀਚ ਹੁੰਦੇ ਪਏ ਉਦਾਂ ਉਹ ਸੈਪਰੇਟ ਆਊਟ ਹੋਈ ਜਾਣੀਆਂ। ਦੇਖੋ ਡਾਇਗਰਾਮ ਦੇ ਵਿੱਚ ਕੀ ਹੁੰਦਾ ਪਿਆ, ਪਹਿਲਾਂ ਫਿਲਟਰ ਲਗਾਇਆ ਲੈਫਟ ਹੈਂਡ ਸਾਈਡ ਦੇ ਵਿੱਚ, ਠੀਕ ਹੈ। ਹਵਾ ਦੇ ਵਿੱਚ ਕੋਈ ਵੀ ਮਤਲਬ ਹੋਰ ਕੋਈ ਡਸਟ ਪਾਰਟੀਕਲ ਨਹੀਂ ਰਹਿਣਾ ਚਾਹੀਦਾ, ਇਸ ਕਰਕੇ ਸਾਫ਼ ਹਵਾ ਹੀ ਜਾਵੇ ਅੰਦਰ ਜਾ ਕੇ ਆਪਾਂ ਕੰਪਰੈਸ ਕਰ ਦਿੱਤੀ ਉਹਨੂੰ, ਏਅਰ ਨੂੰ ਕੰਪਰੈਸ ਕਰਕੇ ਉਹ ਗਰਮ ਹੋ ਚੁੱਕੀ ਹੈ ਆਪਣੇ ਤੋਂ ਏਅਰ। ਉਹਨੂੰ ਬਾਅਦ ਵਿੱਚ ਨੈਕਸਟ ਪ੍ਰੋਸੈਸ ਦੇ ਵਿੱਚ ਜਾ ਕੇ ਉਹਨੂੰ ਠੰਡਾ ਕਰ ਦਿੱਤਾ, ਠੀਕ ਹੈ। ਠੰਡਾ ਕਰਨ ਦੇ ਲਈ ਕੀਤਾ, ਇੱਕ ਪਾਈਪ ਲਗਾਤਾ, ਇੱਧਰੋਂ ਠੰਡਾ ਪਾਣੀ ਪਾਉਂਦੇ ਪਏ ਤੇ ਅਫਕੋਰਸ ਹਵਾ ਇੰਨੀ ਗਰਮ ਹੈ ਕਿ ਉਹ ਉਧਰ ਜਿਹੜਾ ਠੰਡਾ ਪਾਣੀ ਪਾਇਆ ਸੀ ਉਹ ਦੂਸਰੀ ਸਾਈਡ ਤੋਂ ਗਰਮ ਪਾਣੀ ਨਿਕਲਦਾ ਪਿਆ, ਅਫਕੋਰਸ ਗਰਮ ਸੀ ਹਵਾ, ਇਸ ਕਰਕੇ ਇੱਦਾਂ ਆਪਾਂ ਉਹਦਾ ਟੈਂਪਰੇਚਰ ਡਾਊਨ ਕਰਦੇ ਪਏ ਹਵਾ ਦਾ, ਜਿਹੜੀ ਕੰਪਰੈਸ ਕੀਤੀ ਹੋਈ ਸੀ। ਤੇ ਇਦਾਂ ਹੀ ਕੋਲਡ ਕੰਪਰੈਸਡ ਏਅਰ ਆਪਾਂ ਦੇ ਬਾਹਰ ਆ ਗਈ। ਕੋਲਡ ਕੰਪਰੈਸਡ ਏਅਰ ਜਦੋਂ ਆਪਾਂ ਬਾਹਰ ਆਈ ਆਪਣੇ ਕੋਲ, ਜਿਹੜੀ ਕਾਰਬਨ ਡਾਈਆਕਸਾਈਡ ਸੀ, ਕਿਉਂਕਿ ਇਹ ਠੰਡੀ ਵੀ ਹੋ ਚੁੱਕੀ ਸੀ ਕੰਪਰੈਸ ਵੀ ਹੋ ਚੁੱਕੀ ਸੀ, ਇਹ ਆਪਣੀ ਲਿਕੁਇਡ ਸਟੇਟ ਦੇ ਵਿੱਚ ਆ ਗਈ ਸੀ ਕਾਫੀ, ਜਿਹੜਾ -200 ਡਿਗਰੀ ਸੈਲਸੀਅਸ ਤੱਕ ਪਹੁੰਚ ਗਈ ਸੀ ਆਪਣੇ ਕੋਲ। -200 ਡਿਗਰੀ ਸੈਲਸੀਅਸ ਤੇ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਨਾ ਉਹ ਆਪਣੇ ਕੋਲ ਸੋਲਿਡ ਫਾਰਮ ਦੇ ਵਿੱਚ ਬਣ ਜਾਂਦੀ ਹੈ, ਡਰਾਈ ਆਈਸ ਬਣ ਜਾਂਦੀ ਹੈ, ਬਰਫ਼ ਵਾਂਗੂ ਹੀ ਹੁੰਦੀ ਹੈ ਆਪਣੇ ਕੋਲ, ਬਟ ਇਹ ਡਰਾਈ ਹੁੰਦੀ ਹੈ, ਓਕੇ। ਤੇ ਇਹ ਆਪਣੇ ਕੋਲ ਸਿੰਪਲ ਡਰਾਈ ਆਈਸ ਬਣ ਗਈ, ਓਕੇ। ਬਾਅਦ ਵਿੱਚ ਨੈਕਸਟ ਪ੍ਰੋਸੈਸ ਦੇ ਵਿੱਚ ਆਪਾਂ ਫ੍ਰੈਕਸ਼ਨਲ ਡਿਸਟੀਲੇਸ਼ਨ ਕਾਲਮ ਲਗਾ ਕੇ ਆ ਦੇਖੋ ਨਾਈਟ੍ਰੋਜਨ ਤੇ ਆਕਸੀਜਨ ਆਪਾਂ ਆਊਟ ਕਰ ਦਿੱਤੇ, ਨਾਈਟ੍ਰੋਜਨ ਐਂਡ ਆਰਗਨ ਆਪਾਂ ਆਊਟ ਕਰ ਦਿੱਤੇ, ਤੇ ਆਪਣੇ ਕੋਲ ਜਿਹੜੀ ਲਾਸਟ ਦੇ ਵਿੱਚ ਜਿਹੜੀ ਗੈਸ ਬਚੀ ਉਹ ਆਪਣੇ ਕੋਲ ਲਿਕੁਇਡ ਆਕਸੀਜਨ ਹੀ ਬਚੀ, ਤੇ ਉਹ ਲਿਕੁਇਡ ਫਾਰਮ ਦੇ ਵਿੱਚ ਹੀ ਹੈ ਕਿਉਂਕਿ ਉਹ ਕਾਫੀ ਜ਼ਿਆਦਾ ਠੰਡੀ ਸੀ ਆਪਣੇ ਕੋਲ। ਹੋਪ ਸੋ ਤੁਹਾਨੂੰ ਥੋੜਾ ਜਿਹਾ ਕਲੀਅਰ ਆਊਟ ਹੋ ਚੁੱਕਾ ਹੋਊਗਾ ਵਟ ਇਜ਼ ਦਿਸ ਡਾਇਗਰਾਮ ਸ਼ੋਇੰਗ ਅਬਾਊਟ ਦੀ, ਠੀਕ ਹੈ, ਕਿ ਕੀ ਸ਼ੋ ਕਰਦਾ ਪਿਆ ਆਪਾਂ ਨੂੰ, ਉਹਦੇ ਬਾਰੇ ਆਪਾਂ ਨੂੰ ਪਤਾ ਲੱਗ ਚੁੱਕਾ ਹੈ ਇਹਦੇ ਬਾਰੇ। ਐਂਡ ਦੈਟਸ ਇਨਫ ਫॉर ਟੁਡੇ, ਬਾਕੀ ਆਪਾਂ ਨੈਕਸਟ ਟਾਈਮ ਕੰਟੀਨਿਊ ਕਰਾਂਗੇ। ਓਕੇ, ਥੈਂਕ ਯੂ।